ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਦਿੱਲੀ ਦਾ ਆਰਡੀਨੈਂਸ ਅਤੇ ਫੈਡਰਲਿਜ਼ਮ ਬਾਰੇ। ਦੋਸਤੋ ਜਿਵੇਂ ਕਿ ਇੱਕ ਚੀਜ਼ ਆਪਣੇ ਸਭ ਦੇ ਧਿਆਨ ਦੇ ਵਿੱਚ ਹੀ ਹੈ ਕਿ ਦਿੱਲੀ ਵਿੱਚ ਅਫਸਰਸ਼ਾਹੀ ਉੱਤੇ ਕੰਟਰੋਲ ਨੂੰ ਲੈ ਕੇ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਤੇ ਦਿੱਲੀ ਦੀ ਸਰਕਾਰ ਹਮੇਸ਼ਾ ਹੀ ਜਿਹੜਾ ਹੈਗਾ ਇੱਕ ਦੂਜੇ ਦੇ ਆਮੋ ਸਾਹਮਣੇ ਖੜੀ ਦਿਖਾਈ ਦਿੱਤੀਆਂ ਨੇ। ਇਹ ਚਾਹੇ ਅਫਸਰਸ਼ਾਹੀ ਤੇ ਕੰਟਰੋਲ ਦੀ ਗੱਲ ਕਹਿ ਲਈਏ ਜਾਂ ਇਸ ਦੇ ਨਾਲ ਦਿੱਲੀ ਦੇ ਵਿੱਚ ਵੱਧ ਅਧਿਕਾਰਾਂ ਦੀ ਗੱਲ ਕਹਿ ਲਈਏ ਵੀ ਕਿ ਉੱਥੇ ਦੇ ਅਧਿਕਾਰ ਜਿਹੜੇ ਨੇ ਦਿੱਲੀ ਸਰਕਾਰ ਕੋਲ ਹੋਣਗੇ ਜਾਂ ਉੱਥੇ ਦੇ ਜਿਹੜਾ ਐਲਜੀ ਹੈ ਉਸ ਕੋਲ ਵੱਧ ਅਧਿਕਾਰ ਹੋਣਗੇ। ਇਸ ਮਾਮਲੇ 'ਤੇ ਉੱਥੇ ਦੀਆਂ ਦੋਵੇਂ ਸਰਕਾਰਾਂ ਜਿਹੜੀਆਂ ਸ਼ੁਰੂ ਤੋਂ ਹੀ ਆਮੋ ਸਾਹਮਣੇ ਖੜੀਆਂ ਦਿਖਾਈ ਦਿੱਤੀਆਂ ਤੇ ਜਿਸ ਦਿਨ ਤੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਇਹ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉੱਭਰ ਕੇ ਸਾਹਮਣੇ ਆ ਰਿਹਾ ਕਿਉਂਕਿ ਇੱਕ ਵੱਡਾ ਵਿਵਾਦ ਬਣ ਚੁੱਕਾ ਹੈ। ਆਮ ਆਦਮੀ ਪਾਰਟੀ ਵੱਲੋਂ ਆਪਣੇ ਅਧਿਕਾਰਾਂ ਦੀ ਮੰਗ ਨੂੰ ਲੈ ਕੇ ਜਿਹੜਾ ਹੈਗਾ ਪਿਛਲੇ ਲੰਬੇ ਸਮੇਂ ਤੋਂ ਇੱਕ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਇਸ ਸੰਬੰਧੀ ਅਦਾਲਤ ਵਿੱਚ ਵੀ ਸੁਣਵਾਈ ਚੱਲਦੀ ਰਹੀ ਹੈ ਤੇ ਦੇਸ਼ ਦੇ ਚੀਫ ਜਸਟਿਸ ਡੀਵਾਈ ਚੰਦਰਚੂੜ ਦੀ ਅਗਵਾਈ ਹੇਠ ਜਿਹੜਾ ਹੈਗਾ ਇੱਕ ਸੰਵਿਧਾਨਕ ਬੈਂਚ ਵੱਲੋਂ 11 ਮਈ ਨੂੰ ਇੱਕ ਫੈਸਲਾ ਸੁਣਾਇਆ ਗਿਆ ਸੀ ਇਸ ਅਧਿਕਾਰਾਂ ਨੂੰ ਲੈ ਕੇ ਜਾਂ ਸ਼ਕਤੀਆਂ ਨੂੰ ਲੈ ਕੇ ਵੀ ਕਿ ਦਿੱਲੀ 'ਚ ਕਿਹੜੀ ਸ਼ਕਤੀਆਂ ਕਿਸ ਕੋਲ ਹੈ। ਤਾਂ ਉਸ ਸਮੇਂ ਜਿਹੜਾ ਹੈਗਾ ਮਾਨਯੋਗ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਹੱਥ ਜਿਹੜੇ ਨੇ ਉਹ ਉੱਚੇ ਰੱਖੇ ਗਏ ਤੇ ਉਹਨਾਂ ਨੂੰ ਵੱਧ ਸ਼ਕਤੀਆਂ ਦੇਣ ਦੀ ਜਿਹੜੀ ਗੱਲ ਕੀਤੀ ਗਈ। ਉਹਨਾਂ ਕਿਹਾ ਵੀ ਕਿ ਦਿੱਲੀ ਸਰਕਾਰ ਨੂੰ ਜਿਹੜੇ ਉੱਥੇ ਦੇ ਲੋਕ ਪ੍ਰਬੰਧ ਹੈ, ਪੁਲਿਸ ਹੈ ਜਾਂ ਜ਼ਮੀਨ ਤੋਂ ਬਿਨਾਂ ਬਾਕੀ ਸੇਵਾਵਾਂ ਉੱਤੇ ਜਿੰਨੇ ਵੀ ਕੰਮਕਾਜ ਹੈ, ਵਿਧਾਨਕੀ ਤੇ ਕਾਰਜਕਾਰੀ ਅਖਤਿਆਰ ਹੈ ਉਹ ਦਿੱਲੀ ਸਰਕਾਰ ਕੋਲ ਹੋਣਗੇ। ਬਸ ਸਿਰਫ ਇਹ ਤਿੰਨ ਚੀਜ਼ਾਂ ਨੂੰ ਛੱਡ ਕੇ, ਚਾਹੇ ਉਹ ਲੋਕ ਪ੍ਰਬੰਧਾਂ ਦੀ ਗੱਲ ਕਰ ਲਈਏ, ਪੁਲਿਸ ਦੀ ਗੱਲ ਕਰ ਲਈਏ ਜਾਂ ਉੱਥੇ ਜ਼ਮੀਨ ਨਾਲ ਸੰਬੰਧਿਤ ਜਿੰਨੇ ਮਾਮਲੇ ਨੇ, ਤੇ ਇਹ ਸਾਰੇ ਜਿਹੜੇ ਹੈਗੇ ਦਿੱਲੀ ਸਰਕਾਰ ਦੇ ਅਖਤਿਆਰ 'ਚ ਆਉਣਗੇ। ਅਤੇ ਦੂਜੇ ਪਾਸੇ ਜਿਹੜਾ ਹੈਗਾ ਇਹ ਸਾਰੀ ਸ਼ਕਤੀਆਂ ਪਹਿਲਾਂ ਕੇਂਦਰ ਸਰਕਾਰ ਦਾ ਦਾਅਵਾ ਸੀ ਕਿ ਐਲਜੀ ਕੋਲ ਹੈ ਅਤੇ ਐਲਜੀ ਅਕਸਰ ਹੀ ਇਹਨਾਂ ਮਸਲਿਆਂ 'ਤੇ ਜਿਹੜਾ ਦਖਲ ਦਿਖਾਈ ਦਿੰਦੇ ਸੀ। ਪਰ ਜਿਹੜਾ ਹੈਗਾ ਹੁਣ ਸੁਪਰੀਮ ਕੋਰਟ ਨੇ ਇਹ ਚੀਜ਼ ਸਪਸ਼ਟ ਕਰ ਦਿੱਤੀ ਸੀ ਵੀ ਕਿ ਇਹ ਜਿਹੜੀਆਂ ਸਾਰੀਆਂ ਸ਼ਕਤੀਆਂ ਉੱਥੇ ਦੀ ਚੁਣੀ ਹੋਈ ਸਰਕਾਰ ਕੋਲ ਹੋਣਗੀਆਂ ਕਿਉਂਕਿ ਉਸ ਸਰਕਾਰ ਨੂੰ ਜਿਹੜਾ ਹੈਗਾ ਲੋਕਾਂ ਨੇ ਚੁਣ ਕੇ ਭੇਜਿਆ। ਤਾਂ ਉਹਨਾਂ ਨੇ ਇਹ ਤਿੰਨ ਮਸਲਿਆਂ ਨੂੰ ਛੱਡ ਕੇ ਬਾਕੀ ਸਾਰੀ ਸ਼ਕਤੀਆਂ ਦਿੱਲੀ ਸਰਕਾਰ ਦੇ ਹਵਾਲੇ ਕਰ ਦਿੱਤੀਆਂ ਸੀ। ਪਰ ਜੇ ਗੱਲ ਕਰੀਏ ਤਾਂ ਉੱਥੇ ਦਾ ਸਭ ਤੋਂ ਵੱਡਾ ਮੁੱਦਾ ਜਿਹੜਾ ਸੀ ਉੱਥੇ ਦੇ ਜਿੰਨੇ ਸੀਨੀਅਰ ਅਧਿਕਾਰੀ ਨੇ, ਚਾਹੇ ਉਹ ਯੂਟੀ ਕਾਡਰ ਦੇ ਨੇ, ਚਾਹੇ ਉਹ ਜਿਹਨੂੰ ਡਾਨਿਸ਼ ਕਾਡਰ ਆਪਾਂ ਕਹਿੰਦੇ ਹਾਂ, ਡਾਨਿਕਸ ਕਾਡਰ ਵੀ ਕਿ ਉਸ ਦੇ ਮੁਲਾਜ਼ਮ ਨੇ ਵੀ ਕਿ ਉਹਨਾਂ ਦੀ ਪੋਸਟਿੰਗਾਂ ਨੂੰ ਲੈ ਕੇ, ਉਹਨਾਂ ਦੇ ਤਬਾਦਲਿਆਂ ਨੂੰ ਲੈ ਕੇ, ਉਹਨਾਂ ਸੰਬੰਧੀ ਕੋਈ ਵੀ ਕਾਰਵਾਈ ਕਰਨੀ ਹੋਵੇ ਉਸ ਦਾ ਮਾਮਲਾ ਜਿਹੜਾ ਵੱਡੇ ਪੱਧਰ 'ਤੇ ਉੱਭਰ ਰਿਹਾ ਸੀਗਾ। ਅਤੇ ਸੁਪਰੀਮ ਕੋਰਟ ਨੇ ਇਹ ਚੀਜ਼ ਆਦੇਸ਼ਾਂ ਦੇ ਵਿੱਚ ਕਹੀ ਹੈ ਵੀ ਕਿ ਉਹ ਜਿਹੜੀਆਂ ਸਾਰੀਆਂ ਸ਼ਕਤੀਆਂ ਉਹ ਦਿੱਲੀ ਸਰਕਾਰ ਕੋਲ ਹੋਣਗੀਆਂ ਵੀ ਕਿ ਉੱਥੇ ਕੋਈ ਵੀ ਅਧਿਕਾਰੀ ਦੀ ਪੋਸਟਿੰਗ ਕਰਨੀ ਹੈ, ਤਬਾਦਲੇ ਕਰਨੇ ਆ, ਉਹ ਸਾਰੇ ਫੈਸਲੇ ਜਿਹੜਾ ਹੁਣ ਦਿੱਲੀ ਸਰਕਾਰ ਕਰ ਸਕੇਗੀ। ਪਰ ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਉਲਟਾਉਣ ਲਈ ਜਿਹੜਾ ਹੈਗਾ ਇੱਕ ਨੈਸ਼ਨਲ ਕੈਪੀਟਲ ਸਿਵਲ ਸਰਵਿਸਿਜ਼ ਅਥਾਰਟੀ ਬਣਾਉਣ ਲਈ ਜਿਹੜਾ ਇੱਕ ਆਰਡੀਨੈਂਸ ਜਾਰੀ ਕਰਤਾ ਵੀ ਕਿ ਅਸੀਂ ਇੱਕ ਆਰਡੀਨੈਂਸ ਉਹਨਾਂ ਨੇ ਜਾਰੀ ਕਰਤਾ ਵੀ ਕਿ ਅਸੀਂ ਇਹ ਕੈਪੀਟਲ ਅਥਾਰਟੀ ਬਣਾਉਣ ਜਾ ਰਹੇ ਹਾਂ ਜਿਸ ਕੋਲ ਜਿਹੜਾ ਹੈ ਅਧਿਕਾਰੀਆਂ ਦੇ ਤਬਾਦਲੇ, ਪੋਸਟਿੰਗਾਂ ਜਾਂ ਹੋਰ ਅਧਿਕਾਰੀਆਂ ਨਾਲ ਸੰਬੰਧਿਤ ਫੈਸਲੇ ਲੈਣ ਦਾ ਜਿਹੜਾ ਜ਼ਿਆਦਾ ਸ਼ਕਤੀਆਂ ਜਾਂ ਜ਼ਿਆਦਾ ਹੱਕ ਜਿਹੜੇ ਨੇ ਉਸ ਅਥਾਰਟੀ ਕੋਲ ਹੋਣਗੇ। ਅਤੇ ਇਸ ਅਥਾਰਟੀ ਦੇ ਜੇ ਦੇਖੀਏ ਤਾਂ ਉਹਨਾਂ ਨੇ ਅਥਾਰਟੀ ਦਾ ਜਿਹੜਾ ਮੁਖੀ ਆ ਉਹ ਭਾਵੇਂ ਦਿੱਲੀ ਦੇ ਮੁੱਖ ਮੰਤਰੀ ਨੂੰ ਬਣਾ ਦਿੱਤਾ ਜੋ ਕਿ ਉੱਥੇ ਅਰਵਿੰਦ ਕੇਜਰੀਵਾਲ ਨੇ ਅਥਾਰਟੀ ਦਾ ਚੇਅਰਮੈਨ ਕਿਹਾ ਗਿਆ। ਇਸ ਤੋਂ ਇਲਾਵਾ ਜੇ ਗੱਲ ਕਰੀਏ ਤਾਂ ਉਸਦੇ ਮੈਂਬਰਾਂ ਦੀ, ਤਾਂ ਉਸਦੇ ਮੈਂਬਰਾਂ ਦੇ ਵਿੱਚ ਇੱਕ ਤਾਂ ਸਕੱਤਰ ਦਿੱਲੀ ਦਾ ਜਿਹੜਾ ਦਿੱਲੀ ਦਾ ਮੁੱਖ ਸਕੱਤਰ ਹੈ, ਚੀਫ ਸੈਕਟਰੀ, ਉਸ ਨੂੰ ਪਾ ਦਿੱਤਾ ਗਿਆ ਅਤੇ ਤੀਜਾ ਜਿਹੜਾ ਹੈਗਾ ਦਿੱਲੀ ਦਾ ਪ੍ਰਮੁੱਖ ਗ੍ਰਹਿ ਸਕੱਤਰ ਹੈ ਜਿਹੜਾ ਉਸ ਨੂੰ ਜਿਹੜਾ ਹੈਗਾ ਇਸ ਦਾ ਮੈਂਬਰ ਜਿਹੜਾ ਹੈਗਾ ਅਥਾਰਟੀ ਦਾ ਪਾ ਦਿੱਤਾ ਗਿਆ। ਪਰ ਇਸ ਦੇ ਨਾਲ ਹੀ ਆਰਡੀਨੈਂਸ ਦੇ ਵਿੱਚ ਇੱਕ ਹੋਰ ਕਲੌਜ਼ ਰੱਖ ਦਿੱਤੀ ਗਈ ਵੀ ਕਿ ਜਿਹੜਾ ਇਹ ਅਥਾਰਟੀ ਦਾ ਫੈਸਲਾ ਉਹ ਬਹੁਮਤ 'ਤੇ ਫੈਸਲਾ ਲਿਆ ਜਾਵੇਗਾ ਵੀ ਕਿ ਜੋ ਤਿੰਨ ਮੈਂਬਰਾਂ ਵਿੱਚੋਂ ਬਹੁਮਤ ਹੋਵੇਗਾ ਉਹ ਫੈਸਲਾ ਮੰਨਿਆ ਜਾਵੇਗਾ। ਅਤੇ ਇਸ ਦਾ ਦਿੱਲੀ ਸਰਕਾਰ ਵੱਲੋਂ ਵਿਰੋਧ ਕੀਤਾ ਗਿਆ ਕਿਉਂਕਿ ਜਿਹੜੇ ਉੱਥੇ ਹਾਲੇ ਤੱਕ ਅਧਿਕਾਰੀ ਦਿੱਲੀ ਵਿੱਚ ਤੈਨਾਤ ਨੇ, ਜੋ ਆਮ ਆਦਮੀ ਪਾਰਟੀ ਦਾ ਦਾਅਵਾ ਹੈ, ਦਿੱਲੀ ਸਰਕਾਰ ਦਾ ਦਾਅਵਾ ਹੈ ਵੀ ਕਿ ਉਹ ਕੇਂਦਰ ਸਰਕਾਰ ਦੀ ਅਗਵਾਈ ਹੇਠ ਕੰਮ ਕਰ ਰਹੇ ਨੇ, ਕੇਂਦਰ ਦੇ ਦਬਦਬੇ ਹੇਠ ਕੰਮ ਕਰ ਰਹੇ ਨੇ, ਤਾਂ ਉਹ ਕਦੇ ਵੀ ਜਿਹੜਾ ਹੈਗਾ ਦਿੱਲੀ ਦੇ ਮੁੱਖ ਮੰਤਰੀ ਦੀ ਹਮਾਇਤ ਨਹੀਂ ਕਰਨਗੇ ਜਾਂ ਕੋਈ ਵੀ ਫੈਸਲਾ ਇਹੋ ਜਿਹਾ ਨਹੀਂ ਲੈਣਗੇ ਜਿਹੜਾ ਕਿ ਦਿੱਲੀ ਦੇ ਮੁੱਖ ਮੰਤਰੀ ਦੇ ਨਾਲ ਮਿਲ ਕੇ ਲਿਆ ਜਾਵੇ। ਇਸ ਲਈ ਉਹ ਸਹਿਮਤ ਨਹੀਂ ਹੋਣਗੇ। ਤਾਂ ਜਿਹੜਾ ਹੈਗਾ ਉਹ ਵੈਸੇ ਹੀ ਅਥਾਰਟੀ ਬਣਾਉਣ ਦੇ ਬਾਵਜੂਦ
ਸਾਰੀ ਸ਼ਕਤੀਆਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੇ ਹੱਥ 'ਚ ਰਹਿਣਗੀਆਂ। ਤਾਂ ਇਸ ਨੂੰ ਲੈ ਕੇ ਜਿਹੜਾ ਹੈਗਾ ਇੱਕ ਵੱਡਾ ਵਿਵਾਦ ਜਿਹੜਾ ਹੈ ਉਹ ਚੱਲਦਾ ਆ ਰਿਹਾ ਸੀਗਾ। ਤਾਂ ਇਸ ਮਸਲੇ ਦੇ ਵਿੱਚ ਜਿਹੜਾ ਹੈਗਾ ਕੇਂਦਰ ਦਾ ਆਰਡੀਨੈਂਸ ਲਿਆਉਣਾ ਇਹ ਇੱਕ ਹੋਰ ਨਵਾਂ ਜਿਹੜਾ ਵਿਵਾਦ ਖੜਾ ਕਰਦਾ, ਕਿਉਂਕਿ ਦਿੱਲੀ ਦੇ ਵਿੱਚ ਜੋ ਹਾਲਾਤ ਬਣੇ ਹੋਏ ਨੇ, ਇਹੋ ਜਿਹੇ ਹਾਲਾਤਾਂ 'ਚ ਜਿੱਥੇ ਦਿੱਲੀ ਸਰਕਾਰ ਦਾ ਦਾਅਵਾ ਹੈ ਵੀ ਕਿ ਉਹਨਾਂ ਨੂੰ ਸਰਕਾਰ ਚਲਾਉਣ 'ਚ ਕਈ ਤਰ੍ਹਾਂ ਦੀ ਦਿੱਕਤਾਂ ਦਾ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਦਿੱਲੀ ਭਾਵੇਂ ਦੇਸ਼ ਦੀ ਰਾਜਧਾਨੀ ਹੈ ਪਰ ਉੱਥੇ ਕਈ ਸ਼ਕਤੀਆਂ, ਉੱਥੇ ਦੀ ਜਿਹੜੀ ਚੁਣੀ ਹੋਈ ਸਰਕਾਰ ਹੈ, ਜਿਹੜੀ ਦਿੱਲੀ ਸਰਕਾਰ ਹੈ ਉਹਦੇ ਕੋਲ ਹੈ, ਅਤੇ ਕੁਝ ਸ਼ਕਤੀਆਂ ਕੇਂਦਰ ਸਰਕਾਰ ਦੇ ਹੱਥ ਦੇ ਵਿੱਚ ਹੈ। ਇਸ ਕਰਕੇ ਇਹੋ ਜਿਹਾ ਟਕਰਾਅ ਜਿਹੜਾ ਹੈਗਾ ਅਕਸਰ ਹੀ ਉੱਥੇ ਦੇਖਣ ਨੂੰ ਮਿਲਦਾ ਵੀ ਕਿ ਪਰ ਇਹੋ ਜਿਹੇ ਹਾਲਾਤ ਦੇ ਵਿੱਚ ਜ਼ਿਆਦਾ ਸ਼ਕਤੀਆਂ ਕੇਂਦਰ ਕੋਲ ਹੋਣ ਕਰਕੇ ਦਿੱਲੀ ਸਰਕਾਰ ਨੂੰ ਜਿਹੜਾ ਹੈਗਾ ਉੱਥੇ ਕੰਮਕਾਜ ਚਲਾਉਣ ਦੇ ਵਿੱਚ, ਕੰਮਕਾਜ ਕਰਨ ਦੇ ਵਿੱਚ ਕਈ ਤਰ੍ਹਾਂ ਦਾ ਦਿੱਕਤਾਂ ਦਾ, ਕਈ ਤਰ੍ਹਾਂ ਦੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਹੈਗਾ ਕਰਨਾ ਪੈਂਦਾ। ਪਰ ਇਹੋ ਜਿਹੇ ਹਾਲਾਤਾਂ ਦੇ ਅੱਜ ਤੱਕ ਪਿਛਲੀਆਂ ਸਰਕਾਰਾਂ ਨੇ ਵੀ ਜਿਹੜਾ ਕੇਂਦਰ ਦਾ ਵਿਰੋਧ ਕੀਤਾ, ਪਰ ਆਮ ਆਦਮੀ ਪਾਰਟੀ ਵੱਲੋਂ ਇਸ ਵਿਰੋਧ ਨੂੰ ਜਿਹੜਾ ਹੈਗਾ ਵੱਡੇ ਪੱਧਰ 'ਤੇ ਉਭਾਰਿਆ ਗਿਆ। ਪਰ ਜੇ ਗੱਲ ਕਰੀਏ ਤਾਂ ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਨੇ ਵੀ ਪਹਿਲਾਂ ਤਾਂ ਇਸ ਮਸਲੇ ਨੂੰ ਜਿਹੜਾ ਹੈਗਾ ਕੋਈ ਇੰਨੀ ਤਵੱਜੋ ਨਹੀਂ ਦਿੱਤੀ ਜਾਂ ਇੰਨੇ ਜ਼ੋਰ ਸ਼ੋਰ ਨਾਲ ਲੋਕਾਂ ਸਾਹਮਣੇ ਨਹੀਂ ਰੱਖਿਆ ਗਿਆ। ਪਰ ਜਦੋਂ ਤੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਅਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕੀਤਾ, ਤਾਂ ਆਮ ਆਦਮੀ ਪਾਰਟੀ ਜਿਹੜੀ ਹੈਗੀ ਹੈ ਇੱਕ ਐਕਟਿਵ ਮੋਡ 'ਚ ਆ ਗਈ ਹੈ। ਉਹ ਕੇਂਦਰ ਸਰਕਾਰ ਦੇ ਆਰਡੀਨੈਂਸ ਦੇ ਵਿਰੁੱਧ ਜਿਹੜੀ ਹੈਗੀ ਹੈ ਖੜੀ ਦਿਖਾਈ ਦੇ ਰਹੀ ਹੈ ਅਤੇ ਇਸ ਦਾ ਜ਼ੋਰ ਸ਼ੋਰ ਨਾਲ ਵਿਰੋਧ ਕਰ ਰਹੀ ਹੈ, ਵਿਰੁੱਧ ਪ੍ਰਚਾਰ ਕਰ ਰਹੀ ਹੈ। ਕਿਉਂਕਿ ਕੇਂਦਰ ਸਰਕਾਰ ਨੇ ਭਾਵੇਂ ਇੱਕ ਆਰਡੀਨੈਂਸ ਤਾਂ ਲਿਆ ਕੇ ਜਿਹੜਾ ਹੈਗਾ ਇਹ ਅਥਾਰਟੀ ਬਣਾਉਣ ਦੀ ਗੱਲ ਕੀਤੀ ਹੈ, ਪਰ ਜੇ ਗੱਲ ਕਰੀਏ ਤਾਂ ਇਸ ਆਰਡੀਨੈਂਸ ਨੂੰ ਕਾਨੂੰਨੀ ਰੂਪ ਦੇਣ ਲਈ ਜਿਹੜਾ ਹੈਗਾ 6 ਮਹੀਨਿਆਂ ਦੇ ਵਿੱਚ ਇਸ ਨੂੰ ਕਾਨੂੰਨ ਬਣਾਉਣਾ ਬਹੁਤ ਹੀ ਜ਼ਰੂਰੀ ਹੈ। ਕਿਉਂਕਿ ਆਰਡੀਨੈਂਸ ਨੂੰ ਪਹਿਲਾਂ ਲੋਕ ਸਭਾ 'ਚ ਲਿਜਾਇਆ ਜਾਵੇਗਾ, ਲੋਕ ਸਭਾ ਤੋਂ ਬਾਅਦ ਉੱਥੇ ਪ੍ਰਵਾਨਗੀ ਤੋਂ ਬਾਅਦ ਰਾਜ ਸਭਾ ਦੇ ਵਿੱਚ ਜਾਵੇਗਾ, ਫਿਰ ਉੱਥੇ ਪ੍ਰਵਾਨਗੀ ਤੋਂ ਬਾਅਦ ਜਿਹੜਾ ਹੈਗਾ ਇਹ ਕਾਨੂੰਨ ਦਾ ਰੂਪ ਜਿਹੜਾ ਹੈਗਾ ਧਾਰਨ ਕਰੇਗਾ। ਤਾਂ ਆਮ ਆਦਮੀ ਪਾਰਟੀ ਹੁਣ ਵਿਰੋਧ 'ਚ ਖੜੀ ਹੈ, ਕਿਉਂਕਿ ਉਸ ਨੂੰ ਇੱਕ ਚੀਜ਼ ਤਾਂ ਸਪਸ਼ਟ ਤੌਰ 'ਤੇ ਦਿਖਾਈ ਦੇ ਰਹੀ ਹੈ ਵੀ ਕਿ ਲੋਕ ਸਭਾ ਦੇ ਵਿੱਚ ਭਾਜਪਾ ਦੀ ਅਗਵਾਈ ਹੇਠ ਵੱਡਾ ਬਹੁਮਤ ਹੈ, ਭਾਜਪਾ ਕੋਲ ਉੱਥੇ ਵੱਡੀ ਗਿਣਤੀ ਐਮਪੀਆਂ ਦੀ ਜਿਹੜੀ ਹੈਗੀ ਹੈ ਉਹ ਭਾਜਪਾ ਦੇ ਨੇ। ਤਾਂ ਲੋਕ ਸਭਾ ਦੇ ਵਿੱਚ ਤਾਂ ਜਿਹੜਾ ਹੈਗਾ ਇਸ ਆਰਡੀਨੈਂਸ ਨੂੰ ਰੋਕਣਾ ਬਹੁਤ ਹੀ ਮੁਸ਼ਕਲ ਹੈ। ਪਰ ਆਮ ਆਦਮੀ ਪਾਰਟੀ ਨੇ ਹੁਣ ਇੱਕ ਰਣਨੀਤੀ ਤਹਿਤ ਜਿਹੜਾ ਹੈਗਾ ਆਰਡੀਨੈਂਸ ਨੂੰ ਰਾਜ ਸਭਾ ਦੇ ਵਿੱਚ ਰੋਕਣ ਦੀ ਜਿਹੜੀ ਹੈਗੀ ਹੈ ਇੱਕ ਵਿਊਤਬੰਦੀ ਬਣਾ ਲਈ ਹੈ, ਇੱਕ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ। ਉਸੇ ਰਣਨੀਤੀ ਤਹਿਤ ਜੇ ਦੇਖੀਏ ਤਾਂ ਹੁਣ ਅਰਵਿੰਦ ਕੇਜਰੀਵਾਲ ਵੱਖ-ਵੱਖ ਸਿਆਸੀ ਪਾਰਟੀਆਂ ਦੇ ਮੁਖੀਆਂ ਨਾਲ, ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਕਰ ਰਹੇ ਨੇ, ਜਿਸ ਦੀ ਕਿ ਸ਼ੁਰੂਆਤ ਲੰਘੇ ਦਿਨ ਤੋਂ ਹੋ ਚੁੱਕੀ ਹੈ। ਜਿੱਥੇ ਕਿ ਬਿਹਾਰ ਦੇ ਮੁੱਖ ਮੰਤਰੀ ਜਿਹੜੇ ਨੇ ਨੀਤੀਸ਼ ਯਾਦਵ ਅਤੇ ਉੱਥੇ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਦੋਵਾਂ ਵੱਲੋਂ ਕੱਲ੍ਹ ਜਿਹੜਾ ਹੈਗਾ ਦਿੱਲੀ ਪਹੁੰਚ ਕੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ ਹੈ। ਅਤੇ ਇਸ ਮੁੱਦੇ 'ਤੇ ਜਿਹੜਾ ਹੈਗਾ ਵਿਸ਼ੇਸ਼ ਤੌਰ 'ਤੇ ਜਿੱਥੇ ਕਿ ਸੂਬਿਆਂ ਦੇ ਵੱਧ ਅਧਿਕਾਰਾਂ ਦੀ ਗੱਲ ਹੋਈ ਹੈ, ਫੈਡਰਲਿਜ਼ਮ ਦੀ ਗੱਲ ਹੋਈ ਹੈ, ਤਾਂ ਉਹਨਾਂ ਨੇ ਇਸ ਮੁੱਦੇ 'ਤੇ ਜਿਹੜਾ ਹੈਗਾ ਦਿੱਲੀ ਸਰਕਾਰ ਦੀ ਹਮਾਇਤ ਕਰਨ ਦਾ ਭਰੋਸਾ ਦਿਵਾਇਆ ਵੀ ਕਿ ਉਹ ਦਿੱਲੀ ਸਰਕਾਰ ਦੇ ਨਾਲ ਨੇ। ਅਤੇ ਇਸ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਵੱਲੋਂ ਜਿਹੜਾ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਜਾਂ ਹੋਰਨਾਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀਆਂ ਨਾਲ ਮੁਲਾਕਾਤ ਦਾ ਦੌਰ ਜਿਹੜਾ ਹੈਗਾ ਸ਼ੁਰੂ ਕੀਤਾ ਜਾ ਰਿਹਾ। ਅਰਵਿੰਦ ਕੇਜਰੀਵਾਲ ਕੱਲ੍ਹ ਨੂੰ ਮੰਗਲਵਾਰ ਨੂੰ ਜਿਹੜਾ TMC ਦੀ ਮੁਖੀ ਹੈ ਮਮਤਾ ਬੈਨਰਜੀ, ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਨੇ। ਉਸ ਤੋਂ ਬਾਅਦ ਜਿਹੜਾ ਹੈਗਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਜਿਹੜਾ ਮੁਖੀਆਂ ਨਾਲ, ਆਗੂਆਂ ਨਾਲ ਮੁਲਾਕਾਤ ਕਰਨਗੇ। ਕਿਉਂਕਿ ਦੋਸਤੋ ਜੇ ਦੱਸ ਦਈਏ ਤਾਂ ਵੀ ਕਿ ਲੋਕ ਸਭਾ 'ਚ ਤਾਂ ਸਪਸ਼ਟ ਹੀ ਹੈ ਵੀ ਕਿ ਭਾਜਪਾ ਕੋਲ ਵੱਡਾ ਬਹੁਮਤ ਹੈ, ਪਰ ਜੇ ਰਾਜ ਸਭਾ ਦੀ ਗੱਲ ਕਰਦੇ ਹਾਂ ਤਾਂ ਰਾਜ ਸਭਾ ਦੇ ਵਿੱਚ ਭਾਜਪਾ ਜਿਹੜੀ ਹੈਗੀ ਹੈ ਉਹ ਬਹੁਮਤ ਤੋਂ ਪਿੱਛੇ ਦਿਖਾਈ ਦੇ ਰਹੀ ਹੈ, ਬਹੁਮਤ ਦੇ ਆંકੜੇ ਤੋਂ ਬਹੁਤ ਦੂਰ ਹੈ। ਕਿਉਂਕਿ ਰਾਜ ਸਭਾ ਦੇ ਵਿੱਚ ਕੁੱਲ ਜੇ ਦੇਖੀਏ ਤਾਂ NDA ਕੋਲ ਭਾਜਪਾ ਦੀ ਗਠਜੋੜ ਹੈ, NDA ਨਾਲ ਤਾਂ NDA ਕੋਲ ਜਿਹੜਾ ਹੈਗਾ 110 ਮੈਂਬਰ ਜਿਹੜੇ ਨੇ ਰਾਜ ਸਭਾ ਦੇ ਵਿੱਚ ਹੈਗੇ ਨੇ। ਅਤੇ ਜਦੋਂ ਵਿਰੋਧੀ ਪਾਰਟੀਆਂ ਦੀ ਗੱਲ ਕਰਦੇ ਹਾਂ ਤਾਂ ਵਿਰੋਧੀ ਪਾਰਟੀਆਂ ਕੋਲ 128 MLA ਨੇ, 128 ਮੈਂਬਰ ਨੇ ਰਾਜ ਸਭਾ ਦੇ। ਤਾਂ ਇਸ ਤੋਂ ਪਤਾ ਲੱਗਦਾ ਵੀ ਕਿ ਰਾਜ ਸਭਾ ਦੇ ਵਿੱਚ ਜਿਹੜਾ ਭਾਜਪਾ ਨੂੰ ਘੇਰਿਆ ਜਾ ਸਕਦਾ। ਤਾਂ ਆਮ ਆਦਮੀ ਪਾਰਟੀ ਹੁਣ ਰਾਜ ਸਭਾ ਦੇ ਵਿੱਚ ਭਾਜਪਾ ਨੂੰ ਘੇਰਨ ਦੀ ਤਿਆਰੀ ਕਰ ਰਹੀ ਹੈ। ਪਰ ਜੇ 128 ਦੀ ਅੱਗੇ ਗੱਲ ਕਰਦੇ ਹਾਂ ਤਾਂ 128 ਦੇ ਵਿੱਚ ਕਾਂਗਰਸ ਅਤੇ UPA ਦੇ ਕੋਲ ਜਿਹੜਾ ਹੈਗਾ 64 ਮੈਂਬਰ ਨੇ, ਅਤੇ ਹੋਰ ਵੱਖ-ਵੱਖ ਸਿਆਸੀ ਪਾਰਟੀਆਂ ਕੋਲ ਜਿਹੜਾ ਹੈਗਾ ਕੁੱਲ 64 ਮੈਂਬਰ ਨੇ। ਅਤੇ ਇਹਨਾਂ 64 ਦੇ ਵਿੱਚ ਵੀ ਕਾਂਗਰਸ ਕੋਲ 31 ਮੈਂਬਰ ਨੇ ਰਾਜ ਸਭਾ ਦੇ ਵਿੱਚ। ਤਾਂ ਇਹਨਾਂ ਹਾਲਾਤਾਂ ਦੇ ਵਿੱਚ ਜੇ ਦੇਖੀਏ ਤਾਂ ਜਿਹੜੀ ਵਿਰੋਧੀ ਪਾਰਟੀਆਂ ਹੁਣ ਇਕੱਠੀਆਂ ਹੋ ਰਹੀਆਂ ਨੇ ਭਾਜਪਾ ਦੇ ਵਿਰੁੱਧ,
ਫੈਡਰਲਿਜ਼ਮ ਦੇ ਮੁੱਦੇ ਤੇ, ਸੂਬਿਆਂ ਦੇ ਵੱਧ ਅਧਿਕਾਰਾਂ ਦੇ ਮੁੱਦੇ ਤੇ। ਪਰ ਉੱਥੇ ਜਿਹੜਾ ਹੈਗਾ ਯੂਪੀਏ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਯੂਪੀਏ ਦਾ ਸਹਿਯੋਗ ਮਿਲਦਾ ਹੈ ਜਾਂ ਕਾਂਗਰਸ ਪਾਰਟੀ ਦਾ ਸਹਿਯੋਗ ਮਿਲਦਾ ਤਾਂ ਹੀ ਜਿਹੜਾ ਹੈਗਾ ਭਾਜਪਾ ਨੂੰ ਘੇਰਿਆ ਜਾ ਸਕਦਾ ਹੈ। ਕਿਉਂਕਿ ਭਾਜਪਾ ਕੋਲ 110 ਮੈਂਬਰ ਨੇ ਤੇ ਵਿਰੋਧੀ ਪਾਰਟੀਆਂ ਦੇ ਕੁੱਲ ਜਿਹੜਾ ਹੈਗਾ 128 ਮੈਂਬਰ ਨੇ। ਤੇ ਜਦੋਂ ਇਸ 'ਚ ਹੋਰ ਆਪਾਂ ਗੱਲ ਕਰਦੇ ਤਾਂ TMC ਕੋਲ 12 ਨੇ, YSC ਕੋਲ 9 ਨੇ, BRS ਦੇ 7 ਨੇ, ਈਵਨ ਕਿ ਆਮ ਆਦਮੀ ਪਾਰਟੀ ਕੋਲ ਆਪਣੇ 5 ਮੈਂਬਰ ਨੇ ਰਾਜ ਸਭਾ ਦੇ ਵਿੱਚ। ਤਾਂ ਇਹੋ ਜਿਹੇ ਹਾਲਾਤਾਂ 'ਚ ਜੇਕਰ ਵਿਰੋਧੀ ਪਾਰਟੀਆਂ ਸਾਰੀਆਂ ਇੱਕ ਮੰਚ 'ਤੇ ਇਕੱਠੀਆਂ ਹੁੰਦੀਆਂ ਨੇ ਤਾਂ ਹੀ ਜਿਹੜਾ ਹੈਗਾ ਭਾਜਪਾ ਨੂੰ ਰੋਕਿਆ ਜਾ ਸਕਦਾ, ਤਾਂ ਹੀ ਜਿਹੜਾ ਹੈਗਾ ਇਹ ਆਰਡੀਨੈਂਸ ਨੂੰ ਕਾਨੂੰਨ ਦਾ ਰੂਪ ਬਣਨ ਤੋਂ ਜਿਹੜਾ ਹੈਗਾ ਰੋਕਿਆ ਜਾ ਸਕਦਾ। ਪਰ ਦੋਸਤੋ, ਜਦੋਂ ਆਪਾਂ ਗੱਲ ਕਰਦੇ ਹਾਂ ਵਿਰੋਧੀ ਪਾਰਟੀਆਂ ਦੇ ਇਕੱਠੇ ਹੋਣ ਦੀ, ਤਾਂ ਇਹ ਬਹੁਤ ਹੀ ਵੱਡਾ ਇੱਕ ਸਵਾਲ ਬਣ ਕੇ ਉੱਠਦਾ ਹੈ। ਵੈਸੇ ਸਭ ਦੇ ਮਨਾਂ 'ਚ ਵੀ ਇਹ ਸਵਾਲ ਆਉਂਦਾ ਕਿ ਕੀ ਵਿਰੋਧੀ ਪਾਰਟੀਆਂ ਜਿਹੜਾ ਹੈਗੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਸਕਦੀਆਂ। ਪਹਿਲਾਂ ਵੀ ਜਿਹੜਾ ਹੈਗਾ ਭਾਜਪਾ ਨੂੰ ਘੇਰਨ ਲਈ ਵਿਰੋਧੀ ਪਾਰਟੀਆਂ ਵੱਲੋਂ ਕਈ ਵਾਰ ਇਕੱਠੇ ਹੋਣ ਦਾ ਦਾਅਵਾ ਕੀਤਾ ਗਿਆ, ਮੀਟਿੰਗਾਂ ਵੀ ਹੋਈਆਂ, ਪਰ ਉਸਦਾ ਕੋਈ ਸਿੱਟਾ ਜਿਹੜਾ ਹੈਗਾ ਨਹੀਂ ਨਿਕਲ ਸਕਿਆ। ਪਰ ਜਦੋਂ ਅੱਜ ਦੇ ਹਾਲਾਤਾਂ 'ਚ ਗੱਲ ਕਰਦੇ ਹਾਂ ਤਾਂ ਅੱਜ ਦੇ ਹਾਲਾਤਾਂ 'ਚ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਵੀ ਸਕਦੀਆਂ ਨੇ ਤੇ ਹੋਣਾ ਚਾਹੀਦਾ ਵੀ ਹੈ। ਕਿਉਂਕਿ ਜਦੋਂ ਦੇਸ਼ ਦੇ ਵਿੱਚ ਗੱਲ ਹੋਵੇ ਸੂਬਿਆਂ ਦੇ ਵਾਧੂ ਅਧਿਕਾਰਾਂ ਦੀ, ਗੱਲ ਹੋਵੇ ਫੈਡਰਲਿਜ਼ਮ ਦੀ, ਤਾਂ ਸਿਆਸੀ ਪਾਰਟੀਆਂ ਨੂੰ ਆਪਣੀ ਵਿਚਾਰਧਾਰਕ ਮਤਭੇਦਾਂ ਨੂੰ ਦੂਰ ਰੱਖਦੇ ਹੋਏ, ਵਿਚਾਰਧਾਰਾ ਨੂੰ ਦੂਰ ਰੱਖਦੇ ਹੋਏ ਮੁੱਦਿਆਂ ਦੇ ਆਧਾਰ 'ਤੇ ਜਿਹੜਾ ਹੈਗਾ ਸਿਆਸੀ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਸਕਦੀਆਂ ਨੇ। ਕਿਉਂਕਿ ਇਸ ਸਮੇਂ ਦੇਸ਼ ਦੇ ਵਿੱਚ ਫੈਡਰਲਿਜ਼ਮ ਦਾ ਮੁੱਦਾ ਬਹੁਤ ਹੀ ਵੱਡੇ ਪੱਧਰ 'ਤੇ ਹੈ ਤੇ ਫੈਡਰਲਿਜ਼ਮ ਨੂੰ ਬਚਾਉਣ ਲਈ ਜਿਹੜਾ ਹੈਗਾ ਸਾਰੀ ਸਿਆਸੀ ਧਿਰਾਂ ਨੂੰ ਇੱਕ ਮੰਚ 'ਤੇ ਇਕੱਠਾ ਹੋਣਾ ਚਾਹੀਦਾ। ਤੇ ਇਸ ਸਮੇਂ ਜਿਹੜਾ ਹੈਗਾ ਇਹ ਮੁੱਦਾ ਬਹੁਤ ਹੀ ਵੱਡਾ ਮੁੱਦਾ ਹੈ, ਕਿਉਂਕਿ ਦਿੱਲੀ ਦਾ ਵਿੱਚ ਜਿਹੜਾ ਹੈਗਾ ਟਕਰਾਅ ਤਾਂ ਦੇਖ ਹੀ ਰਹੇ ਹਾਂ ਵੀ ਕਿ ਦਿੱਲੀ ਦੇ ਵਿੱਚ ਕਿਵੇਂ ਦਿੱਲੀ ਦੀ ਸਰਕਾਰ ਤੇ ਕੇਂਦਰ ਸਰਕਾਰ ਦੇ ਵਿਚਕਾਰ ਵਾਧੂ ਸ਼ਕਤੀਆਂ ਨੂੰ ਲੈ ਕੇ ਟਕਰਾਅ ਜਿਹੜਾ ਹੈਗਾ ਚੱਲ ਰਿਹਾ। ਦੂਜੇ ਪਾਸੇ ਇਹੀ ਹਾਲਾਤ ਜਿਹੜੇ ਨੇ ਉਹ ਪੰਜਾਬ 'ਚ ਵੀ ਦੇਖਣ ਨੂੰ ਮਿਲ ਰਹੇ ਨੇ, ਕਿਉਂਕਿ ਕਿਤੇ ਨਾ ਕਿਤੇ ਕੇਂਦਰ ਸਰਕਾਰ ਸੂਬਿਆਂ 'ਤੇ ਵੀ ਆਪਣਾ ਦਬਦਬਾ ਬਣਾਉਣਾ ਚਾਹੁੰਦੀ ਹੈ ਤੇ ਪੰਜਾਬ ਦੇ ਵਿੱਚ ਇਹਦਾ ਸੇਕ RDF ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਵੀ ਕੇਂਦਰ ਸਰਕਾਰ ਨੇ ਪੰਜਾਬ ਦਾ ਜਿਹੜਾ RDF ਹੈ, RDF ਦੇ ਜਿਹੜੇ ਫੰਡ ਹੈ, ਰੂਰਲ ਡਿਵੈਲਪਮੈਂਟ ਫੰਡ, ਦਿਹਾਤੀ ਵਿਕਾਸ ਫੰਡ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ, ਉਹ ਪਿਛਲੇ ਕਈ ਸਾਲਾਂ ਤੋਂ ਰੋਕਿਆ ਹੋਇਆ। ਲਗਭਗ ਪੰਜਾਬ ਦਾ ਜਿਹੜਾ ਹੈਗਾ ਕੋਈ 3000 ਕਰੋੜ ਤੋਂ ਵੱਧ ਰੁਪਏ ਦੇ ਕਰੀਬ ਜਿਹੜਾ ਹੈਗਾ ਕੇਂਦਰ ਸਰਕਾਰ ਵੱਲ ਰੁਕੇ ਪਏ ਨੇ ਤੇ ਕੇਂਦਰ ਸਰਕਾਰ ਉਸ ਨੂੰ ਜਾਰੀ ਨਹੀਂ ਕਰ ਰਹੀ। ਤਾਂ ਇਸ ਤਰ੍ਹਾਂ ਵੀ ਜਿਹੜਾ ਹੈਗਾ ਕੇਂਦਰ ਸਰਕਾਰ ਸਮੇਂ-ਸਮੇਂ 'ਤੇ ਸੂਬਿਆਂ ਦੇ ਵਿੱਚ ਦਖਲ ਦੇਣ ਲੱਗੀ ਹੋਈ ਹੈ। ਤਾਂ ਚਾਹੀਦਾ ਇਹੀ ਹੈ ਵੀ ਕਿ ਸਾਰੀ ਸਿਆਸੀ ਪਾਰਟੀਆਂ ਇੱਕ ਮੰਚ 'ਤੇ ਜਿਹੜਾ ਹੈਗਾ ਮੁੱਦਿਆਂ ਦੇ ਆਧਾਰ 'ਤੇ ਇਕੱਠੀ ਹੋਵੇ, ਕਿਉਂਕਿ ਦੇਸ਼ 'ਚ ਚਲੋ ਇਹ ਤਾਂ ਮੰਨ ਸਕਦੇ ਹਾਂ ਹਰ ਸਿਆਸੀ ਪਾਰਟੀ ਦੀ ਆਪਣੀ ਇੱਕ ਵਿਚਾਰਧਾਰਾ ਹੈ, ਆਪਣੀ ਵਿਚਾਰਧਾਰਾ 'ਤੇ ਉਹ ਸਿਆਸਤ ਕਰਦੇ ਨੇ। ਪਰ ਜਦੋਂ ਦੇਸ਼ ਦੇ ਵਿੱਚ ਇਹ ਮੁੱਦਿਆਂ ਦੀ ਗੱਲ ਕਰਦੇ ਹਾਂ ਤਾਂ ਮੁੱਦਿਆਂ 'ਤੇ ਇਕੱਠਾ ਹੋਣਾ ਜਾਂ ਮੁੱਦਿਆਂ 'ਤੇ ਰਾਜਨੀਤੀ ਕਰਨਾ ਇਹ ਬਹੁਤ ਹੀ ਵਧੀਆ ਗੱਲ ਹੈ। ਇਸ ਨਾਲ ਲੋਕਾਂ ਦਾ ਵੀ ਅਤੇ ਦੇਸ਼ ਦਾ ਵੀ ਭਲਾ ਹੁੰਦਾ। ਤਾਂ ਮੁੱਦਿਆਂ ਦੇ ਆਧਾਰ 'ਤੇ ਜਿਹੜਾ ਹੈਗਾ ਸਿਆਸੀ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ, ਕਿਉਂਕਿ ਵੈਸੇ ਤਾਂ ਇਹ ਸਾਰੀ ਮੁੱਦਿਆਂ ਦੇ ਆਧਾਰ 'ਤੇ ਸਿਆਸੀ ਪਾਰਟੀਆਂ ਨੂੰ ਬਹੁਤ ਪਹਿਲਾਂ ਹੀ ਇਕੱਠੇ ਹੋ ਜਾਣਾ ਚਾਹੀਦਾ ਸੀ। ਕਈ ਮੌਕੇ ਦੇਸ਼ ਦੇ ਵਿੱਚ ਜਿਹੜਾ ਹੈਗਾ ਸਾਨੂੰ ਦੇਖਣ ਨੂੰ ਮਿਲੇ ਨੇ, ਚਾਹੇ ਗੱਲ ਆਪਾਂ ਕਰ ਲਈ ਜੰਮੂ ਕਸ਼ਮੀਰ ਦੀ, ਜਦੋਂ ਜੰਮੂ ਕਸ਼ਮੀਰ ਦੇ ਅਧਿਕਾਰਾਂ ਦੀ ਗੱਲ ਹੋਈ ਉੱਥੋਂ ਧਾਰਾ 370 ਤੋੜੀ ਗਈ, ਤਾਂ ਉਸ ਸਮੇਂ ਵੀ ਚਾਹੁੰਦੀਆਂ ਤਾਂ ਸਿਆਸੀ ਪਾਰਟੀਆਂ ਜਿਹੜੀਆਂ ਇੱਕ ਮੰਚ 'ਤੇ ਇਕੱਠੀਆਂ ਹੋ ਸਕਦੀਆਂ ਸੀ, ਪਰ ਉਸ ਸਮੇਂ ਨਹੀਂ ਹੋਈਆਂ। ਪਰ ਹੁਣ ਜੋ ਹਾਲਾਤ ਦਿੱਲੀ ਨੂੰ ਲੈ ਕੇ ਬਣ ਰਹੇ ਨੇ ਤੇ ਅਰਵਿੰਦ ਕੇਜਰੀਵਾਲ ਨੇ ਇੱਕ ਪਹਿਲ ਕਦਮੀ ਕੀਤੀ ਹੈ ਕਿ ਮੁੱਦਿਆਂ ਦੇ ਆਧਾਰ 'ਤੇ ਜਾਂ ਇਸ ਵਿਸ਼ੇਸ਼ ਤੌਰ 'ਤੇ ਸੂਬਿਆਂ ਦੇ ਅਧਿਕਾਰਾਂ ਦੇ ਆਧਾਰ 'ਤੇ ਦੇ ਮੁੱਦੇ 'ਤੇ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਨੂੰ ਇਕੱਠੇ ਕੀਤਾ ਜਾਵੇ ਤੇ ਜਿਹੜਾ ਕਾਨੂੰਨ ਕੇਂਦਰ ਸਰਕਾਰ ਜਿਹੜਾ ਹੈਗਾ ਬਣਾਉਣ ਦੀ ਤਿਆਰੀ ਹੀ ਕਰ ਰਹੀ ਹੈ, ਉਸ ਕਾਨੂੰਨ ਨੂੰ ਬਣਾਉਣ ਤੋਂ ਰੋਕਣ ਲਈ ਜਿਹੜਾ ਹੈਗਾ ਕੇਂਦਰ ਸਰਕਾਰ ਨੂੰ ਘੇਰਨ ਲਈ ਇੱਕ ਰਣਨੀਤੀ 'ਤੇ ਕੰਮ ਕੀਤਾ ਜਾ ਰਿਹਾ, ਜੋ ਕਿ ਬਹੁਤ ਹੀ ਵਧੀਆ ਗੱਲ ਹੈ, ਸ਼ਲਾਘਾਯੋਗ ਗੱਲ ਹੈ। ਹੁਣ ਦੇਖਣਾ ਇਹੀ ਹੋਵੇਗਾ ਵੀ ਕਿ ਕੀ ਸੂਬੇ ਦੀਆਂ ਸਰਕਾਰਾਂ ਜਾਂ ਜੋ ਵੱਖ-ਵੱਖ ਸਿਆਸੀ ਪਾਰਟੀਆਂ ਉਹ ਇਸ ਮੁੱਦੇ 'ਤੇ ਇਕੱਠੀਆਂ ਹੁੰਦੀਆਂ, ਕੀ ਉਹ ਆਮ ਆਦਮੀ ਪਾਰਟੀ ਦੇ ਨਾਲ ਖੜੀਆਂ ਦਿਖਾਈ ਦਿੰਦੀਆਂ। ਕਿਉਂਕਿ ਜੇਕਰ ਪਹਿਲਾਂ ਕਦੀ ਸਿਆਸੀ ਪਾਰਟੀਆਂ ਇੱਕ ਮੰਚ 'ਤੇ ਮੁੱਦਿਆਂ ਦੇ ਆਧਾਰ 'ਤੇ ਜਾਂ ਇੱਕ ਵਿਸ਼ੇਸ਼ ਮੁੱਦੇ ਦੇ ਆਧਾਰ 'ਤੇ ਇਕੱਠੀਆਂ ਨਹੀਂ ਹੋਈਆਂ, ਤਦੀ ਜਿਹੜਾ ਹੈਗਾ ਜੀ ਕੇਂਦਰ ਸਰਕਾਰ ਇੱਕ ਤੋਂ ਬਾਅਦ ਇੱਕ ਕਰਕੇ ਜਿਹੜਾ ਹੈਗਾ ਆਪਣੀ ਮਨਮਾਨੀਆਂ ਕਹਿ ਲਓ ਕਰ ਰਹੀ ਹੈ ਜਾਂ ਜਿਹੜਾ ਹੈਗਾ ਫੈਸਲੇ ਲੈਣ ਲੱਗੀ ਹੋਈ ਹੈ। ਪਰ ਜੇਕਰ ਹੁਣ ਸਿਆਸੀ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੁੰਦੀਆਂ ਨੇ, ਉਹ ਕਿਸੇ ਮੁੱਦੇ ਨੂੰ ਲੈ ਕੇ ਕਹਿ ਲਓ ਜਾਂ ਜੋ ਵੀ ਸੂਬਿਆਂ ਦੇ ਅਧਿਕਾਰਾਂ ਨੂੰ ਲੈ ਕੇ ਗੱਲ ਕਰਦੀ ਹੈ, ਫੈਡਰਲਿਜ਼ਮ ਦੀ ਗੱਲ ਕਰ ਲਈਏ, ਤਾਂ ਬਹੁਤ ਹੀ ਲੋਕਾਂ ਦੇ ਹਿੱਤ ਵਿੱਚ ਵੀ ਹੋਵੇਗਾ, ਦੇਸ਼ ਦੇ ਹਿੱਤ ਵਿੱਚ ਵੀ ਹੋਵੇਗਾ, ਸੂਬਿਆਂ ਦੇ ਹਿੱਤ ਵਿੱਚ ਵੀ ਹੋਵੇਗਾ। ਤਾਂ ਦੇਖਣਾ ਇਹੀ ਹੋਵੇਗਾ ਕਿ ਕੇਂਦਰ ਸਰਕਾਰ ਦੇ ਵਿਰੁੱਧ ਜਿਹੜਾ ਹੈਗਾ ਇਹਨਾਂ ਜਿਹੜਾ ਮੁੱਦਿਆਂ ਦੇ ਆਧਾਰ 'ਤੇ ਸਿਆਸੀ ਪਾਰਟੀਆਂ ਇੱਕ ਮੰਚ 'ਤੇ ਇਕੱਠੀਆਂ ਹੁੰਦੀਆਂ ਜਾਂ ਨਹੀਂ ਹੁੰਦੀਆਂ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਪਰ ਅਰਵਿੰਦ ਕੇਜਰੀਵਾਲ ਤੇ ਨੀਤੀਸ਼ ਯਾਦਵ ਦੀ ਜਿਹੜਾ ਕੱਲ੍ਹ ਦੀ ਮੁਲਾਕਾਤ ਹੈ ਉਸਨੇ ਕਿਤੇ ਨਾ ਕਿਤੇ ਜਿਹੜਾ ਹੈਗਾ ਪੋਜ਼ੀਟਿਵ ਸਾਈਨ ਜਿਹੜੇ ਨੇ ਦਿੱਤੇ ਨੇ, ਕਿਉਂਕਿ ਨੀਤੀਸ਼ ਕੁਮਾਰ ਨੇ ਜਿਹੜਾ ਹੈਗਾ ਭਰੋਸਾ ਦਿਵਾ ਦਿੱਤਾ ਵੀ ਕਿ ਅਸੀਂ ਤੁਹਾਡੇ ਨਾਲ ਹਾਂ ਇਸ ਮੁੱਦੇ 'ਤੇ। ਤਾਂ ਹੁਣ ਦੇਖਣਾ ਹੋਵੇਗਾ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਹੋਣੀ ਹੈ ਅਤੇ ਹੋਰ ਸਿਆਸੀ ਪਾਰਟੀਆਂ ਨਾਲ ਵੀ ਮੁਲਾਕਾਤ ਹੋਣੀ ਹੈ, ਤਾਂ ਉਹਨਾਂ ਦਾ ਕੀ ਰੁਖ ਜਿਹੜਾ ਹੈਗਾ ਇਸ ਮੁੱਦੇ 'ਤੇ ਰਹਿੰਦਾ, ਉਹ ਕੀ ਗੱਲਬਾਤ ਕਰਦੇ ਨੇ ਉਹ ਸਮਾਂ ਹੀ ਦੱਸੇਗਾ। ਅਤੇ ਪੰਜਾਬੀ ਟ੍ਰਿਬਿਊਨ ਤੁਹਾਡੇ ਤੱਕ ਇਸ ਤਰ੍ਹਾਂ ਦੇ ਜਨਤਕ ਮੁੱਦਿਆਂ ਨੂੰ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਤੁਹਾਡੇ ਅੱਗੇ ਰੱਖਦਾ ਰਹੇਗਾ, ਤੁਹਾਡੇ ਤੱਕ ਪਹੁੰਚਾਉਂਦਾ ਰਹੇਗਾ। ਅਤੇ ਕੱਲ੍ਹ ਨੂੰ ਫਿਰ ਇਸੇ ਸਮੇਂ ਇੱਕ ਨਵੇਂ ਮੁੱਦੇ 'ਤੇ ਗੱਲਬਾਤ ਕਰਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।